ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਕੁਝ ਅਪਡੇਟਸ ਦੇ ਦਈਏ ਕਿ BC ਦੇ ਵਿੱਚ ਕੋਵਿਡ-19 ਦੇ ਜਿਹੜੇ ਕੇਸ ਨੇ ਉਹ ਘਟੇ ਨੇ ਤੇ ਘਟਣ ਦੇ ਪਿੱਛੇ ਕਾਰਨ ਕੀ ਹੈ ਤੇ ਖਾਸ ਕਰਕੇ ਐਸਟਰਾਜ਼ੈਨੇਕਾ ਨੂੰ ਲੈ ਕੇ ਕੀ ਸਵਾਲ BC ਦੇ ਵਿੱਚ ਉੱਠ ਰਹੇ ਨੇ, ਇਸ ਤੇ ਜਾਣਕਾਰੀ ਵਿਸਥਾਰ ਦੇ ਨਾਲ ਦਵਾਂਗੇ। ਸ਼ੁਰੂਆਤ ਕਰ ਲੈਂਦੇ ਹਾਂ ਹੈਡਲਾਈਨਸ ਦੇ ਨਾਲ। ਐਸਟਰਾਜ਼ੈਨੇਕਾ ਵੈਕਸੀਨ ਦੇ ਇਸਤੇਮਾਲ ਨੂੰ ਲੈ ਕੇ ਬਹਿਸ ਜਾਰੀ। BC ਦੇ ਵਿੱਚ ਕੋਵਿਡ ਮਾਮਲੇ ਘਟੇ ਪਰ ਐਸਟਰਾਜ਼ੈਨੇਕਾ ਇਸਤੇਮਾਲ ਤੇ ਉੱਠ ਰਹੇ ਨੇ ਸਵਾਲ। घर तो काम करन वालियां दे वध घंटे ते परेशानी, सर्वेखण दे विच इस नूं दित्ता गया कोविड टैक्स दा नाम। दो सूबियां दे विच हो रही है संघी एक्ट दी उलंघना। संघी क्वारंटीन नियमां दे तहत इनकार करन वालियां नूं क्यों नहीं कीता जा रहा जुर्माना। खबरां विस्तार दे नाल। एस्ट्राजेनेका वैक्सीन नूं लैके बहस फिलहाल जारी है। BC दे बयान दे मुताबक एस्ट्राजेनेका वैक्सीन दी अजे इन्ने घट समय दे विच शिपमेंट होने की कोई उम्मीद नहीं है, पर अजे ये BC ने नहीं कहा कि इसनूं पहली खुराक के तौर के उत्ते BC इस्तेमाल करेगा या नहीं। कुछ सूबियां ने तां एस्ट्राजेनेका नूं पहली डोज के तौर के उत्ते इस्तेमाल करन ते रोक लगा दी है, पर बहस इस ते जारी है। BC ਦੇ ਕੋਵਿਡ ਨੰਬਰਾਂ ਦੀ ਗਿਣਤੀ ਘਟ ਰਹੀ ਹੈ, ਜੋ ਚੰਗੀ ਖਬਰ ਹੈ। ਕੋਵਿਡ-19 ਦੀ ਲਾਗ ਦੀ ਗਿਣਤੀ ਵੈਕਸੀਨੇਸ਼ਨ ਜ਼ਿਆਦਾਤਰ ਲੋਕਾਂ ਦੀ ਹੋਣ ਕਾਰਨ ਘਟ ਰਹੀ ਹੈ, ਪਰ ਜਦੋਂ ਕਿ ਵਧੇਰੇ ਸ਼ਾਟ ਲਾਏ ਜਾ ਰਹੇ ਨੇ, ਇਹ ਸਵਾਲ ਉੱਠ ਰਹੇ ਨੇ ਕਿ BC ਦੂਜੇ ਪ੍ਰਾਂਤਾਂ ਦੀ ਅਗਵਾਈ ਦੀ ਪਾਲਣਾ ਕਰਨ ਜਾ ਰਿਹਾ ਹੈ, ਜਿਨ੍ਹਾਂ ਨੇ ਐਸਟਰਾਜ਼ੈਨੇਕਾ ਦੀ ਵਰਤੋਂ ਨੂੰ ਰੋਕਿਆ। ਮੰਗਲਵਾਰ ਨੂੰ ਇੱਥੇ ਵਾਇਰਸ ਦੇ 515 ਨਵੇਂ ਮਾਮਲੇ ਸਾਹਮਣੇ ਆਏ। ਮਹੀਨਿਆਂ ਬਾਅਦ ਇਹ ਸਭ ਤੋਂ ਘੱਟ ਮਾਮਲੇ ਨੇ। ਇਹ ਕੋਵਿਡ-19 ਟੀਕੇ ਲਗਭਗ 2.2 ਮਿਲੀਅਨ ਤੋਂ ਵੱਧ ਖੁਰਾਕਾਂ ਤੋਂ ਬਾਅਦ ਆਏ। 1,10,000 ਤੋਂ ਵੱਧ ਦੂਜੀਆਂ ਖੁਰਾਕਾਂ ਨੇ, ਪਰ ਐਸਟਰਾਜ਼ੈਨੇਕਾ ਟੀਕੇ ਬਾਰੇ ਬਹਿਸ ਜਾਰੀ ਹੈ। ਐਲਬਰਟਾ, ਓਨਟਾਰੀਓ ਤੇ ਸਸਕੈਚੁਅਨ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਹੈ ਕਿ ਉਹ ਹੁਣ ਟੀਕੇ ਦਾ ਵਰਜ਼ਨ ਪਹਿਲੀ ਖੁਰਾਕ ਦੇ ਤੌਰ ਤੇ ਨਹੀਂ ਦੇਣਗੇ। ਐਲਬਰਟਾ ਤੇ ਸਸਕੈਚੁਅਨ ਦਾ ਕਹਿਣਾ ਹੈ ਕਿ ਉਹਨਾਂ ਦੇ ਫੈਸਲੇ ਸਪਲਾਈ ਦੀ ਘਾਟ ਕਾਰਨ ਹੋਏ ਨੇ। ਹਾਲਾਂਕਿ VITT ਦੇ ਬਲੱਡ ਕਲੋਟ ਜੰਮਣ ਦੀਆਂ ਘਟਨਾਵਾਂ ਦੇ ਵਿੱਚ ਹੋਏ ਵਾਧੇ ਤੇ ਤਾਜ਼ਾ ਸਬੂਤਾਂ ਦਾ ਹਵਾਲਾ ਦਿੰਦੇ ਹੋਏ ਓਨਟਾਰੀਓ ਨੇ ਕਿਹਾ ਹੈ ਕਿ ਇਸ ਦਾ ਫੈਸਲਾ ਬਹੁਤ ਜ਼ਿਆਦਾ ਸਾਵਧਾਨੀ ਨਾਲ ਕੀਤਾ ਗਿਆ ਸੀ। BC ਨੇ ਬਿਲਕੁਲ ਨਹੀਂ ਕਿਹਾ ਕਿ ਅਸਥਾਈ ਤੌਰ ਤੇ ਐਸਟਰਾਜ਼ੈਨੇਕਾ ਦੇ ਟੀਕੇ ਦੀ ਵਰਤੋਂ ਨੂੰ ਰੋਕ ਰਿਹਾ ਹੈ ਤੇ ਸ਼ਾਟ ਹਾਲੇ ਵੀ ਕੁਝ ਅਧਿਕਾਰ ਖੇਤਰ ਦੇ ਵਿੱਚ ਚਲਾਏ ਜਾ ਰਹੇ ਨੇ। ਸਿਹਤ ਮੰਤਰਾਲੇ ਵੱਲੋਂ ਪੱਤਰਕਾਰਾਂ ਨੂੰ ਦਿੱਤੇ ਬਿਆਨ ਦੇ ਵਿੱਚ ਲਿਖਿਆ ਗਿਆ ਹੈ ਕਿ ਐਸਟਰਾਜ਼ੈਨੇਕਾ ਇੱਕ ਸੁਰੱਖਿਅਤ ਤੇ ਪ੍ਰਭਾਵਸ਼ਾਲੀ ਟੀਕਾ ਹੈ ਤੇ BC ਦੇ ਵਿੱਚ ਸਾਡੇ ਟੀਕਾਕਰਨ ਪ੍ਰੋਗਰਾਮ ਦਾ ਇੱਕ ਮਹੱਤਵਪੂਰਨ ਹਿੱਸਾ ਰਿਹਾ ਹੈ। ਸੂਬੇ ਦਾ ਕਹਿਣਾ ਹੈ ਕਿ ਅੱਜ ਤੱਕ ਐਸਟਰਾਜ਼ੈਨੇਕਾ ਟੀਕੇ ਸ਼ਾਟਸ ਦੇ ਲਗਭਗ 10% BC ਨੂੰ ਪ੍ਰਾਪਤ ਹੋਇਆ ਹੈ ਤੇ ਉਹਨਾਂ ਨੇ ਮਾਰਚ ਤੇ ਅਪ੍ਰੈਲ ਦੌਰਾਨ ਸਾਡੀ ਟੀਕਾਕਰਨ ਦੀਆਂ ਦਰਾਂ ਨੂੰ ਵਧਾਉਣ ਦੇ ਵਿੱਚ ਸਹਾਇਤਾ ਕੀਤੀ, ਜਦੋਂ ਟੀਕਾ ਸਪਲਾਈ ਸੀਮਿਤ ਸੀ ਤੇ ਕੇਸਾਂ ਦੀਆਂ ਦਰਾਂ ਸਭ ਤੋਂ ਵੱਧ ਸਨ। ਹਾਲਾਂਕਿ ਉਹੀ ਬਿਆਨ ਇਹ ਵੀ ਕਹਿੰਦਾ ਹੈ ਕਿ BC ਦੇ ਵਿੱਚ ਇੰਨੇ ਥੋੜੇ ਸਮੇਂ ਦੇ ਵਿੱਚ ਕਿਸੇ ਵੀ ਨਵੇਂ ਜਹਾਜ਼ਾਂ ਦੇ ਪਹੁੰਚਣ ਦੀ ਉਮੀਦ ਨਹੀਂ ਹੈ। ਇਸ ਕਰਕੇ ਸੂਬੇ ਦਾ ਕਹਿਣਾ ਹੈ ਕਿ ਇਹ ਮੁੱਖ ਤੌਰ ਤੇ ਫਾਈਜ਼ਰ, ਬਾਇਓਐਨਟੈਕ ਤੇ ਮੋਡਰਨਾ ਖੁਰਾਕਾਂ ਦੀ ਵਰਤੋਂ ਕਰੇਗੀ। ਜੋ ਬਿਆਨ ਜਾਰੀ ਹੋਇਆ ਉਸ ਮੁਤਾਬਕ ਉਹਨਾਂ ਕਿਹਾ ਹੈ ਕਿ ਅਸੀਂ ਵਾਧੂ ਐਸਟਰਾਜ਼ੈਨੇਕਾ ਪ੍ਰਾਪਤ ਕਰਨ ਦੀ ਉਮੀਦ ਕਰਦੇ ਹਾਂ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਹਰ ਕੋਈ ਆਪਣੀ ਦੂਜੀ ਖੁਰਾਕ ਪ੍ਰਾਪਤ ਕਰ ਸਕੇ। ਇਸ ਦੌਰਾਨ ਲੋਕਾਂ ਨੇ BC ਦੇ ਵਿੱਚ 30 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਜਿਹੜੇ ਲੋਕ ਨੇ ਉਹ ਬੁੱਧਵਾਰ ਸ਼ਾਮ ਤੱਕ ਆਪਣੀ ਟੀਕੇ ਦੀਆਂ ਨਿਯੁਕਤੀਆਂ ਯਾਨੀ ਆਪਣੀਆਂ ਬੁਕਿੰਗ ਜਿਹੜੀਆਂ ਨੇ ਉਹ ਕਰਵਾ ਸਕਦੇ ਨੇ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋर्ट। उधर ओंटारियो के चीफ मैडिकल अधिकारी प्रोविंस के अंदर वैक्सीन रोल आउट प्रक्रिया बारे भी जानकारी देते नजर आए। नाल ही उन्होंने ये भी दस्सिया कि प्रोविंस ओंटारियो अंदर एस्ट्राजेनेका जिहड़ी वैक्सीन है उसकी पहली खुराक के उत्ते रोक क्यों लगा रहा। उन्होंने इस ते विस्तार दे नाल जानकारी भी दी ते कहा कि यह फैसला एस्ट्राजेनेका वैक्सीन तो बाद पए प्रभावां दे करके ही लेना पिया। Ontario will be pausing the rollout and administration of the first or initial doses of AstraZeneca vaccine at this time. This decision was made out of an abundance of caution due to an observed increase in the rare blood clotting condition known as vaccine-induced immune thrombotic thrombocytopenia linked to AstraZeneca vaccine, or as we use VITT, VIT for short. As of May 8th, 651,012 doses of the AstraZeneca vaccine were administered with a rate of VITT of 0.9 per 100,000 doses administered. 202,873 doses of the Covishield vaccine were administered with a rate of VITT of 1 per 100,000 doses administered. However, over the last few days, there has been increased reports of VITT, in particular related to the AstraZeneca vaccine, with a rate of 1.7 per 100,000 doses administered.
In collaboration with health experts at Public Health Ontario, the Science Advisory Table, and our federal, provincial, and territorial partners, we are reviewing the data to consider options for the use of the AstraZeneca vaccine for second doses and more broadly moving forward. Data from the UK points to a much reduced risk of VITT in second doses of the AstraZeneca vaccine. And we look forward to providing more guidance in advance of people's needing to receive their second dose of the AstraZeneca vaccine when their time for the second dose becomes at the correct moment. The decision to pause is also based on the increased and reliable supply of the Pfizer and the Moderna mRNA vaccines, and also our recent downward trend of cases. We're also seeing early promising results of administering 2 doses of different vaccines and have asked the National Advisory Committee on Immunization, or NACI as we talk about, NACI, to provide direction on the interchangeability of COVID-19. ਕੁਆਰੰਟੀਨ ਐਕਟ ਦੇ ਤਹਿਤ 2 ਅਜਿਹੇ ਸੂਬੇ ਨੇ ਜੋ ਨਹੀਂ ਚੱਲ ਰਹੇ ਤੇ ਇਹਨਾਂ ਸੂਬਿਆਂ ਦੇ ਵਿੱਚ ਰੱਜ ਕੇ ਹੋ ਰਹੀ ਹੈ ਕੁਆਰੰਟੀਨ ਐਕਟ ਦੀ ਉਲੰਘਣਾ। ਅਜਿਹੀਆਂ ਕਈ ਜਿਹੜੀਆਂ ਜਾਣਕਾਰੀਆਂ ਸਾਹਮਣੇ ਆਈਆਂ ਨੇ। ਸੰਘੀ ਐਕਟ ਤੇ ਦਸਤਖਤ ਵੀ ਇਹਨਾਂ ਦੇ ਵੱਲੋਂ ਨਹੀਂ ਕੀਤੇ ਗਏ। ਕਿੱਥੇ ਵਰਤੀ ਜਾ ਰਹੀ ਹੈ ਅਣਗਹਿਲੀ, ਦੇਖਦੇ ਹਾਂ ਰਿਪੋਰਟ। ਐਲਬਰਟਾ ਨੇ ਸੰਘੀ ਐਕਟ ਦੇ ਦਸਤਖਤ ਨਹੀਂ ਕੀਤੇ, ਜਿਸ ਦੇ ਵਿੱਚ ਵੱਖਰੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਯਾਤਰੀਆਂ ਤੇ ਜੁਰਮਾਨਾ ਲਗਾਇਆ ਜਾ ਸਕਦਾ ਹੈ। ਐਲਬਰਟਾ ਸਿਰਫ 2 ਸੂਬਿਆਂ ਦੇ ਵਿੱਚੋਂ ਇੱਕ ਹੈ ਜੋ ਯਾਤਰੀਆਂ ਨੂੰ ਜੁਰਮਾਨਾ ਨਹੀਂ ਕਰਦੇ ਨੇ, ਜੋ ਕੌਮਾਂਤਰੀ ਉਡਾਨਾਂ ਤੇ ਵਾਪਸ ਆਉਂਦੇ ਨੇ ਤੇ ਫਿਰ ਇੱਕ ਨਿਰਧਾਰਤ ਹੋਟਲ ਦੇ ਵਿੱਚ ਕੁਆਰੰਟੀਨ ਕਰਨ ਤੋਂ ਇਨਕਾਰ ਕਰ ਦਿੰਦੇ ਨੇ। ਐਲਬਰਟਾ ਤੇ ਸਸਕੈਚੁਅਨ ਇੱਕੋ ਅਜਿਹੇ ਪ੍ਰਾਂਤ ਨੇ ਜਿਨ੍ਹਾਂ ਨੇ ਕੁਆਰੰਟੀਨ ਐਕਟ ਤੇ ਦਸਤਖਤ ਨਹੀਂ ਕੀਤੇ ਨੇ, ਜਿਸ ਦੇ ਨਾਲ ਪੁਲਿਸ ਨੂੰ ਕੁਆਰੰਟੀਨ ਐਕਟ ਲਾਗੂ ਕਰਨ ਦੀ ਸ਼ਕਤੀ ਮਿਲੀ ਹੈ ਤੇ ਕੈਲਗਰੀ ਕੌਮਾਂਤਰੀ ਹਵਾਈ ਅੱਡੇ ਤੇ ਪਹੁੰਚਣ ਵਾਲਿਆਂ ਨੂੰ ਕੋਵਿਡ-19 ਲਈ ਟੈਸਟ ਕੀਤੇ ਜਾਣ ਤੇ ਹੋਟਲ ਆਈਸੋਲੇਸ਼ਨ ਤੋਂ ਇਨਕਾਰ ਕਰਨ ਵਾਲਿਆਂ ਨੂੰ ਟਿਕਟਾਂ ਸੌਂਪੀਆਂ ਜਾਣ। ਇਸ ਦਾ ਅਰਥ ਹੈ ਕਿ ਕੈਲਗਰੀ ਪੁਲਿਸ ਨਿਯਮਾਂ ਨੂੰ ਲਾਗੂ ਕਰਨ ਦੇ ਵਿੱਚ ਹੱਥਕੜੀਆਂ ਦੇ ਵਿੱਚ ਜਕੜੀ ਹੋਈ ਹੈ। ਕੈਲਗਰੀ 4 ਸ਼ਹਿਰਾਂ ਦੇ ਵਿੱਚੋਂ ਇੱਕ ਹੈ। ਮੌਂਟਰੀਅਲ, ਟੋਰਾਂਟੋ ਤੇ ਵੈਨਕੂਵਰ ਦੇ ਨਾਲ ਕੌਮਾਂਤਰੀ ਉਡਾਨਾਂ ਨੂੰ ਸਵੀਕਾਰ ਕਰਦੀ ਹੈ, ਪਰ ਸਿਰਫ ਇੱਕ ਹੀ ਉਹ ਥਾਂ ਹੈ ਜਿੱਥੇ ਪੁਲਿਸ ਨੂੰ ਕੁਆਰੰਟੀਨ ਐਕਟ ਦੀਆਂ ਵਿਵਸਥਾਵਾਂ ਦੀ ਵਰਤੋਂ ਕਰਨ ਦੀ ਯੋਗਤਾ ਨਹੀਂ ਹੈ। ਕੈਲਗਰੀ ਪੁਲਿਸ ਸਰਵਿਸਿਜ਼ ਦੇ ਵੱਲੋਂ ਜਾਰੀ ਇੱਕ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ ਅਲਬਰਟਾ ਵਿੱਚ ਅਧਿਕਾਰੀ ਇੱਕ ਜਨਤਕ ਸ਼ਿਕਾਇਤ ਪ੍ਰਾਪਤ ਕਰਨ ਦੇ ਲਈ ਇੰਤਜ਼ਾਰ ਕਰ ਰਹੇ ਨੇ। ਕਈ ਵਾਰ ਤਾਂ ਇਸ ਤੱਥ ਤੋਂ ਕੁਝ ਦਿਨ ਬਾਅਦ ਜਾਂ ਇਸ ਤੋਂ ਵੀ ਜ਼ਿਆਦਾ ਸਮੇਂ ਤੇ ਪੜਤਾਲ ਕਰਨੀ ਪੈਂਦੀ ਹੈ ਤੇ ਫਿਰ ਸੰਮਨ ਲਈ ਅਦਾਲਤ ਦੇ ਵਿੱਚ ਅਰਜ਼ੀ ਦੇਣੀ ਪੈਂਦੀ ਹੈ। ਲਾਗੂ ਕਰਨ ਦੀ ਤਿਆਰੀ ਤੋਂ ਬਿਨਾਂ ਲੋੜੀਂਦੇ ਸਬੂਤ ਉਪਲਬਧ ਨਹੀਂ ਨੇ, ਕਿਉਂਕਿ CBSA ਤੇ PHAC ਦੀਆਂ ਨੀਤੀਆਂ ਤੇ ਪ੍ਰਤੀਕਿਰਿਆਵਾਂ ਤੱਥ ਤੋਂ ਬਾਅਦ ਚੱਲ ਰਹੇ ਮੁਕੱਦਮੇ ਲਈ ਜ਼ਰੂਰੀ ਤੱਤ ਨਹੀਂ ਜਾਣਦੀਆਂ। ਬਿਆਨ ਦੇ ਮੁਤਾਬਕ ਇਸ ਦੇ ਵਿੱਚ ਅਜਿਹੀਆਂ ਚੀਜ਼ਾਂ ਸ਼ਾਮਿਲ ਹੋ ਸਕਦੀਆਂ ਨੇ ਜਿਵੇਂ ਕਿ ਇਹ ਨਿਰਧਾਰਿਤ ਕਰਨਾ ਕਿ CBSA ਅਤੇ PHAC ਅਧਿਕਾਰੀ ਨੇ ਕਿਹੜੇ ਦਸਤਾਵੇਜ਼ ਪੇਸ਼ ਕੀਤੇ ਤੇ ਕਿਸ ਨੂੰ ਤੇ ਹੋਰ ਸਬੂਤ ਦੀ ਨਿਰੰਤਰਤਾ ਕਾਇਮ ਕੀਤੀ ਹੈ। ਐਲਬਰਟਾ ਦੇ ਨਿਆਂ ਮੰਤਰੀ ਕੈਸੀ ਮਧੂ ਨੇ ਦਫ਼ਤਰ ਨੇ ਵੀ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਲੋਕਾਂ ਨੂੰ ਸੂਬਾਈ ਕਾਨੂੰਨਾਂ ਦੇ ਤਹਿਤ ਜੁਰਮਾਨਾ ਕੀਤਾ ਜਾ ਸਕਦਾ ਹੈ, ਪਰੰਤੂ ਇਸ ਵਿੱਚ ਕੋਈ ਟੁੱਟ ਭੱਜ ਨਹੀਂ ਹੋਈ ਕਿ ਹੁਣ ਤੱਕ ਜਾਰੀ ਕੀਤੀ ਟਿਕਟਾਂ ਦੇ ਵਿੱਚੋਂ ਕਿੰਨੀਆਂ ਟਿਕਟਾਂ ਹਵਾਈ ਅੱਡੇ ਯਾਤਰੀਆਂ ਦੇ ਨਾਲ ਸੰਬੰਧਿਤ ਸਨ ਜੋ ਅਲੱਗ ਹੋਣ ਤੋਂ ਇਨਕਾਰ ਕਰ ਰਹੀਆਂ ਸਨ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਜਦੋਂ ਦਾ ਕੋਵਿਡ ਵਾਇਰਸ ਸ਼ੁਰੂ ਹੋਇਆ ਜਾਂ ਹੋਰ ਕਈ ਤਰ੍ਹਾਂ ਦੇ ਵੇਰੀਐਂਟ ਆਏ ਨੇ, ਇਹਨਾਂ ਨੇ ਇੱਕ ਚੀਜ਼ ਦੇ ਵਿੱਚ ਜਿਹੜੀ ਹੈ ਲੋਕਾਂ ਦੀ ਆਦਤ ਬਿਲਕੁਲ ਹੀ ਬਦਲ ਕੇ ਰੱਖ ਦਿੱਤੀ ਹੈ, ਉਹ ਹੈ ਵਰਕ ਫਰੋਮ ਹੋਮ। ਕਈਆਂ ਦੀ ਤਾਂ ਵਰਕ ਫਰੋਮ ਹੋਮ ਕਰਨੀ ਮਜਬੂਰੀ ਬਣ ਗਈ ਹੈ। ਕਈ ਡਰ ਦੇ ਮਾਰੇ ਜਿਹੜੇ ਨੇ ਉਹ ਵੀ ਬਾਹਰ ਨਹੀਂ ਨਿਕਲ ਪਾ ਰਹੇ। ਕਈਆਂ ਦੀਆਂ ਕੰਪਨੀਆਂ ਨੇ ਹੀ ਉਹਨਾਂ ਨੂੰ ਕਹਿ ਦਿੱਤਾ ਹੈ। ਸੋ ਇਸ ਨੂੰ ਕਈ ਤਰ੍ਹਾਂ ਦੇ ਨਾਮ ਦਿੱਤੇ ਜਾ ਰਹੇ ਨੇ ਕਿ ਤੁਹਾਨੂੰ ਵੀ ਕਰਨਾ ਪੈਂਦਾ ਹੈ ਵਰਕ ਫਰੋਮ ਹੋਮ। ਕੀ ਤੁਹਾਡਾ ਵੀ ਵੱਧ ਰਿਹਾ ਹੈ ਇਸ ਦੇ ਨਾਲ ਸਟ੍ਰੈਸ? ਜ਼ਾਹਿਰ ਜੀ ਗੱਲ ਹੈ, ਘਰ ਤੋਂ ਕੰਮ ਕਰਨ ਤੇ ਘੰਟੇ ਜਿਹੜੇ ਨੇ ਉਹ ਵੱਧ ਹੋਣਗੇ। ਇਹੀ ਚੀਜ਼ ਲੋਕਾਂ ਨੂੰ ਪਰੇਸ਼ਾਨੀ ਦੇ ਵੱਲ ਧਕੇਲ ਰਹੀ ਹੈ, ਜਿਸ ਨੂੰ ਐਂਗਸਟ੍ਰੀਟ ਦੇ ਸਰਵੇ ਦੇ ਵਿੱਚ ਦਿੱਤਾ ਗਿਆ ਹੈ ਕੋਵਿਡ ਟੈਕਸ ਦਾ ਨਾਂ। ਇਹ ਕੋਵਿਡ ਟੈਕਸ ਹੈ ਕੀ ਹੈ, ਕਿਵੇਂ ਪਾਉਂਦੇ ਨੇ ਇਹ ਅਸਰ, ਕਿੰਨੇ ਲੋਕ ਨੇ ਇਸ ਦਾ ਸ਼ਿਕਾਰ? ਆਓ ਦੇਖਦੇ ਹਾਂ ਰਿਪੋਰਟ। ਮਹਾਮਾਰੀ ਦੇ ਦੌਰਾਨ ਘਰ ਤੋਂ ਕੰਮ ਕਰਨਾ ਬਹੁਤ ਸਾਰੇ ਲੋਕਾਂ ਦੇ ਉੱਤੇ ਪਰੇਸ਼ਾਨੀ ਪਾ ਰਿਹਾ ਹੈ, ਜਿਸ ਦੇ ਨਾਲ ਲੋਕਾਂ ਦੇ ਵਿੱਚ ਤਣਾਅ ਦਾ ਪੱਧਰ ਵਧ ਰਿਹਾ ਹੈ ਤੇ ਨੌਕਰੀ ਦੇ ਕਈ ਘੰਟੇ ਵਧ ਰਹੇ ਨੇ। ADP ਕੈਨੇਡਾ ਨੇ ਤਾਂ ਇਸ ਨੂੰ ਕੰਮ ਕਰਨ ਵਾਲੇ ਕੈਨੇਡੀਅਨਾਂ ਤੇ ਕੋਵਿਡ ਟੈਕਸ ਕਰਾਰ ਦਿੱਤਾ ਹੈ। ADP ਦੇ ਲਈ ਰਣਨੀਤੀ ਤੇ ਵਪਾਰ ਵਿਕਾਸ ਦੇ ਉਪ ਪ੍ਰਧਾਨ ਐਡੀਓਨ ਨੇ ਕਿਹਾ ਹੈ ਕਿ ਜੋ ਅਸੀਂ ਇਸ ਮਹਾਮਾਰੀ ਦੇ ਰੂਪ ਦੇ ਵਿੱਚ ਸਿੱਖਿਆ ਹੈ ਉਹ ਸਮਾਂ ਬਹੁਤ ਹੀ
ਅਨਮੋਲ ਹੈ। ਜੇ ਤੁਸੀਂ ਸਮੇਂ ਦੇ ਨਾਲ ਪੈਸਿਆਂ ਦੀ ਬਰਾਬਰੀ ਕਰਦੇ ਹੋ ਤਾਂ ਇੱਕ ਕੋਵਿਡ ਟੈਕਸ ਦੀ ਇਹ ਧਾਰਨਾ ਮਹਾਮਾਰੀ ਦੇ ਦੌਰਾਨ ਕੈਨੇਡਾ ਦੇ ਵਿੱਚ ਕਰਮਚਾਰੀ ਵਜੋਂ ਭੁਗਤਾਨ ਕਰਨ ਵਾਲੇ ਸਮੇਂ ਦੇ ਵਿੱਚ ਵਾਧੂ ਲਾਗਤ ਹੁੰਦੀ ਹੈ। ADB ਦੁਆਰਾ ਸ਼ੁਰੂ ਕੀਤੇ ਗਏ ਐਂਗਸਟ੍ਰੀਟ ਪੋਲ ਦੇ ਲਗਭਗ 1/3 ਲੋਕਾਂ ਦਾ ਕਹਿਣਾ ਹੈ ਕਿ ਇਹ ਟੈਕਸ ਉਹਨਾਂ ਤੇ ਅਸਰ ਪਾ ਰਿਹਾ ਹੈ ਕਿਉਂਕਿ ਉਹਨਾਂ ਨੂੰ ਮਹਾਮਾਰੀ ਨੇ ਵੱਧ ਘੰਟਿਆਂ ਦੇ ਵਿੱਚ ਪਾ ਦਿੱਤਾ ਹੈ। ਘਰ ਤੋਂ ਰਿਮੋਟ ਜ਼ਰੀਏ ਆਪਣਾ ਕੰਮ ਕਰਨ ਵਾਲਿਆਂ ਦੀ ਗਿਣਤੀ ਵੱਧ ਕੇ 44% ਦੀ ਹੋ ਗਈ ਹੈ। ਸਰਵੇਖਣ ਮੁਤਾਬਕ ਘਰ ਤੋਂ ਕੰਮ ਕਰਨ ਵਾਲੇ ਸਮੂਹ ਦੇ ਵਿੱਚ 10 ਵਿੱਚੋਂ ਇੱਕ ਹਰ ਹਫ਼ਤੇ ਇੱਕ ਹੋਰ ਦਿਨ ਦੇ ਬਰਾਬਰ ਹੁੰਦਾ ਹੈ। ਸਿਰਫ 15% ਘੱਟ ਘੰਟੇ ਕੰਮ ਕਰਨ ਦੀ ਰਿਪੋਰਟ ਕਰਦੇ ਨੇ, ਜਦਕਿ 38% ਦਾ ਕਹਿਣਾ ਹੈ ਕਿ ਕੋਈ ਤਬਦੀਲੀ ਨਹੀਂ ਕੀਤੀ ਗਈ। ਰਿਆਨ ਦਾ ਕਹਿਣਾ ਹੈ ਕਿ ਰਿਮੋਟ ਕਾਮੇ ਵਧੇਰੇ ਘੰਟੇ ਲਗਾਉਣ ਦਾ ਇੱਕ ਕਾਰਨ ਇਹ ਵੀ ਹੈ ਕਿ ਕੁਦਰਤੀ ਬ੍ਰੇਕਾਂ ਦੀ ਘਾਟ ਉਹ ਆਮ ਤੌਰ ਦੇ ਉੱਤੇ ਦਿਨ ਭਰ ਲੈਂਦੇ ਨੇ, ਭਾਵੇਂ ਇਹ ਮੀਟਿੰਗਾਂ ਵਿਚਾਲੇ ਚੱਲ ਰਿਹਾ ਹੋਵੇ, ਕੰਮ ਤੇ ਆਉਣ ਜਾਂ ਫਿਰ ਦੁਪਹਿਰ ਦਾ ਖਾਣਾ ਖਾਣ ਸਮੇਂ। ਅਸੀਂ ਹੁਣ ਜੋ ਵੇਖ ਰਹੇ ਹਾਂ ਉਹ ਇਹ ਹੈ ਕਿ ਕੰਮ ਤੇ ਘਰ ਵਿਚਕਾਰਲੀ ਲਾਈਨ ਧੁੰਦਲੀ ਹੈ। ਉਹ ਕੁਦਰਤੀ ਬ੍ਰੇਕ ਪੁਆਇੰਟ ਮੌਜੂਦ ਨਹੀਂ ਹੈ। ਜਾਣ ਬੁੱਝ ਕੇ ਹੋਣਾ ਤੇ ਇਹਨਾਂ ਬ੍ਰੇਕਾਂ ਨੂੰ ਤੈਅ ਕਰਨਾ ਸਾਡੀ ਸਲਾਹ ਮੁਤਾਬਕ ਸਰਵੋਤਮ ਹੈ। ਉਹਨਾਂ ਦਾ ਮੰਨਣਾ ਹੈ ਕਿ ਮਾਲਕਾਂ ਨੂੰ ਇਹ ਸੁਨਿਸ਼ਚਿਤ ਕਰਨ ਦੀ ਲੋੜ ਹੈ ਕਿ ਕਰਮਚਾਰੀ ਉਹਨਾਂ ਦੇ ਤਣਾਅ ਦੇ ਪੱਧਰਾਂ ਦੀ ਨਿਗਰਾਨੀ ਕਰ ਰਹੇ ਨੇ ਤੇ ਨਿਰਧਾਰਤ ਬ੍ਰੇਕ ਲੈ ਰਹੇ ਨੇ। ਇਸ ਸਮੇਂ ਦੌਰਾਨ ਕਰਮਚਾਰੀਆਂ ਨੂੰ ਸਮਰਥਨ ਮਹਿਸੂਸ ਕਰਨ ਦੀ ਲੋੜ ਹੈ ਜਿਵੇਂ ਉਹਨਾਂ ਦੀ ਕਮਿਊਨਿਟੀ ਹੈ, ਖਾਸ ਕਰਕੇ ਇਸ ਰਿਮੋਟ ਸਮੇਂ ਦੇ ਵਿੱਚ। ਸੈਲਫ ਰਿਪੋਰਟਡ ਅੰਕੜਿਆਂ ਦੇ ਮੁਤਾਬਕ ADP ਨੇ ਪਾਇਆ ਹੈ ਕਿ ਪਿਛਲੇ ਸਾਲ ਦੇ ਮੁਕਾਬਲੇ ਤਣਾਅ ਦਾ ਪੱਧਰ 7% ਵੱਧ ਗਿਆ ਹੈ। ਅਪ੍ਰੈਲ 2020 ਦੇ ਵਿੱਚ 34% ਤੇ ਅਪ੍ਰੈਲ 2021 ਦੇ ਵਿੱਚ 42% ਤੱਕ। ਸਰਵੇਖਣ ਵਿੱਚ ਇਹ ਵੀ ਪਾਇਆ ਹੈ ਕਿ ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 46% ਰਿਮੋਟ ਕਾਮੇ ਆਪਣੇ ਕੰਮ ਦੇ ਵਿੱਚ ਘੱਟ ਲੱਗਿਆ ਹੋਇਆ ਮਹਿਸੂਸ ਕਰ ਰਹੇ ਨੇ। ਹਾਲਾਂਕਿ ਯੋਨ ਦਾ ਕਹਿਣਾ ਹੈ ਕਿ ਇਹ ਇੱਕ ਸਕਾਰਾਤਮਕ ਪੱਖ ਹੈ। ਨਿਊਜ਼ ਡੈਸਕ ਤੋਂ ਚੈਨਲ ਪੰਜਾਬੀ ਦੀ ਰਿਪੋਰਟ। ਫਿਲਹਾਲ ਰੁਕਦੇ ਹਾਂ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ, ਜਲਦ ਹਾਜ਼ਰ ਹੁੰਦੇ ਹਾਂ ਕੁਝ ਖਾਸ ਖਬਰਾਂ ਦੇ ਨਾਲ। ਸਵਾਗਤ ਹੈ ਬ੍ਰੇਕ ਤੋਂ ਬਾਅਦ ਸਾਰੇ ਦਰਸ਼ਕਾਂ ਦਾ। ਬਜਟ ਇੰਪਲੀਮੈਂਟ ਐਕਟ 2021 ਦੇ ਉੱਤੇ ਬੋਲਦਿਆਂ MP ਸੋਨੀਆ ਸਿੱਧੂ ਨੇ ਦਾਅਵਾ ਕੀਤਾ ਹੈ ਕਿ ਮੌਜੂਦਾ ਬਜਟ ਕੈਨੇਡੀਅਨਸ ਦੇ ਲਈ ਲਾਹੇਵੰਦ ਹੋਵੇਗਾ ਕਿਉਂਕਿ ਕੈਨੇਡੀਅਨ COVID-19 ਦੀ ਤੀਜੀ ਜਿਹੜੀ ਵੇਵ ਹੈ ਉਹਦੇ ਨਾਲ ਜੂਝ ਰਹੇ ਨੇ। ਇਸ ਦੇ ਲਈ ਸਰਕਾਰ ਦੇ ਵੱਲੋਂ ਆਰਥਿਕ ਸਹਾਇਤਾ ਦੇ ਨਾਲ ਵੈਕਸੀਨੇਸ਼ਨ ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ। ਸਿੱਧੂ ਨੇ ਸੀਨੀਅਰਸ ਦੇ ਲਈ ਚੁੱਕੇ ਗਏ ਕਦਮਾਂ ਦਾ ਵਿਸ਼ੇਸ਼ ਤੌਰ ਤੇ ਹਵਾਲਾ ਵੀ ਦਿੱਤਾ। Thank you, Mr. Speaker. This past year has been challenge for all Canadian, and today it's my honor to represent Brampton South to speak in support of Bill C-30, the Budget 2021 Implementation Act. In Budget 2021, the priority is to support Canadians through the third wave of the COVID-19 pandemic and create more jobs and prosperity for all Canadians across the country. This budget outlines the many challenges Canadians have faced throughout the past year and recognizes that Canadians need support in order to recover financially from this pandemic. As more and more people are eligible to get vaccinated, businesses are still in need of support to make it through this third wave of the pandemic. That is why this government is extending businesses and income support initiative through to the fall. Today, I would like to focus on some key areas for my community. Mr. Speaker, during the series of pre-budget consultation, I have met with many businesses and many seniors from Brampton. Seniors including organizations such as CARP, International Senior Club, Young at Heart Seniors, and others. With Budget 2021, Brampton seniors will not be left behind. Many seniors find it difficult to adjust their financial situation after retirement, especially in the pandemic. This is why the government is providing a one-time payment of $500 this summer to those 75 years and older as of June 2022. An essential aid for seniors who have been impacted by COVID-19. Old age benefits will also be increased by 10% for seniors over 75 years as well, and will be adjusted annually for inflation. All of these actions proposed in Budget 2021 will help our seniors live a more independent life and a dignified retirement. One of my constituents, Marna Adams, who is a member of our local CARP, requested that more action is to be done to prevent elder abuse in Canada. Mr. Speaker, through you, I'm happy to report to my constituents and all Canadians watching the Budget 2021 will provide funding for the Public Health Agency of Canada to design and deliver
intervention that prevent family violence, including ਲੌਂਗ ਟਰਮ ਕੇਅਰ ਸੈਂਟਰਸ ਨੂੰ ਲੈ ਕੇ ਆਈ ਰਿਪੋਰਟ ਤੋਂ ਬਾਅਦ ਲਗਾਤਾਰ ਇਹ ਮੁੱਦਾ ਗਰਮਾਇਆ ਹੋਇਆ ਹੈ। ਵਿਰੋਧੀ ਧਿਰ ਦੀ ਲੀਡਰ ਐਂਡਰੀਆ ਹਾਵਰਥ ਨੇ ਮੁੱਦਾ ਚੁੱਕਿਆ ਹੈ ਕਿ ਪ੍ਰੀਮੀਅਰ ਦੇ ਵੱਲੋਂ ਹਾਲਾਤ ਖਰਾਬ ਹੋਣ ਦੇ ਬਾਵਜੂਦ 5 ਦਿਨ ਦੇਰੀ ਦੇ ਨਾਲ ਮਿਲਟਰੀ ਸੱਦੀ ਗਈ, ਜੋ ਕਿ ਸਰਾਸਰ ਗਲਤ ਹੈ। ਇਸ ਦਾ ਜਵਾਬ ਦਿੰਦਿਆਂ ਸਰਕਾਰ ਨੇ ਹਾਲਾਂਕਿ ਦਾਅਵਾ ਕੀਤਾ ਹੈ ਕਿ ਸਰਕਾਰ ਦੇ ਵੱਲੋਂ ਠੋਸ ਕਦਮ ਚੁੱਕੇ ਗਏ ਨੇ ਤੇ ਆਰਮਡ ਫੋਰਸਿਸ ਦੀ ਵਰਤੋਂ ਦੇ ਨਾਲ ਹੀ ਹਾਲਾਤ ਜਿਹੜੇ ਨੇ ਉਹ ਕੰਟਰੋਲ 'ਚ ਕੀਤੇ ਗਏ ਸਨ। We know that the Long-Term Care Commission obtained notes from the Minister of Long-Term Care regarding what was happening in long-term care with COVID-19. On April the 17th, 2020, just last year when we were in the first wave, this is what the Minister had jotted down in her notebook, and I quote, "Military plan needed. Get them within 24 to 48 hours. Homes spiral down quickly." The Premier didn't ask for the Canadian Armed Forces to help Ontario until 5 days after that note was jotted down, and they didn't arrive until 12 days later. In fact, they didn't arrive to Downsview until early June. So the question is, why did the Premier wait 5 days after this note was written by the Minister to actually call the CAF to get some help to those homes? And to reply, the Government House Leader. Thank you very much, Mr. Speaker. And the Leader of the Opposition is correct in how important the Armed Forces was to helping us stabilise some of the homes through the first wave, Mr. Speaker. As you know, there was a whole-of-government effort, especially during the first wave, to improve capacity in our acute care system, as well as assist in the long-term care system, Mr. Speaker. As I mentioned yesterday, look, we were on the defence for a better part of a year when it came to fighting the first wave of COVID, ostensibly because of the situation that we had been left in by the previous government. We are making significant progress in ensuring that our long-term care system is better equipped, not only to handle future pandemics, God forbid that should happen again, but to provide the best quality of care for the people of the province of Ontario who have been so important in helping build this province. Thank you. Thank you. Supplementary question. Well, Speaker, the military debriefing notes tell quite the horrifying story of what they found in long-term care when they did arrive. 2 homes, Downsview and Hawthorne, were infested with cockroaches. They also found 26 seniors who died when all they needed was water. The Minister of Long-Term Care knew that the Canadian Armed Forces were needed on April 17th. And yet they didn't arrive for over 12 days. The Premier didn't even ask for them until 5 days after she was. ਜਿਹਦੇ ਅਖੀਰ ਦੇ ਵਿੱਚ ਦੇਖਦੇ ਹਾਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਘਾ ਦੀ ਇੱਕ ਖਾਸ ਅਪਡੇਟ। ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਘੀ ਜੀ ਆਇਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 2 ਖਬਰਾਂ ਨੇ ਜੀ ਤੁਹਾਡੇ ਲਈ ਐਡਮਿੰਟਨ ਸ਼ਹਿਰ ਤੋਂ। ਇੱਕ ਖਬਰ ਜਿਹੜੀ ਸਾਡੇ ਸੂਬੇ ਦੇ ਵਿੱਚ ਆ ਰਹੀ ਹੈ ਜੀ, ਉਹ ਨਾਰਦਰਨ ਅਲਬਰਟਾ ਤੋਂ ਆ। ਕੈਨੇਡੀਅਨ ਨੈਚੁਰਲ ਰਿਸੋਰਸਿਸ ਲਿਮਟਿਡ ਜਿਹੜੇ ਵੱਡੇ ਆਇਲ ਦੇ ਪਲਾਂਟ ਜਿੱਥੇ ਤੇਲ ਕੱਢਿਆ ਜਾਂਦਾ ਜੀ, ਉਹ ਰਨ ਕਰਦੇ ਨੇ। ਔਰ ਉਸ ਪਲਾਂਟ ਦੇ ਉੱਤੇ ਜਿਹੜੇ ਵਰਕਰਸ ਆ, ਉਹਨਾਂ ਦਾ ਕਹਿਣਾ ਹੈ ਵੀ ਉਹਨਾਂ ਨੂੰ ਉੱਥੇ ਕੰਮ ਕਰਦਿਆਂ ਡਰ ਲੱਗ ਰਿਹਾ ਹੁਣ, ਔਰ ਉਹ ਸਹਿਮੇ ਹੋਏ ਨੇ। ਉਹਦਾ ਕਾਰਨ ਇਹ ਬਣਿਆ ਜੀ ਵੀ ਇਹ ਫੋਰਟ ਮੈਕਮਰੀ ਤੋਂ ਕੋਈ 70 ਕਿਲੋਮੀਟਰ ਨਾਰਥ ਦੇ ਵਿੱਚ ਜਿਹੜਾ ਹੈ ਪਲਾਂਟ, ਉੱਥੇ ਇਹ ਵਰਕ ਆਊਟਬ੍ਰੇਕ ਜਿਹੜੀ ਹੋਈ ਆ ਕੋਵਿਡ-19 ਦੀ, ਉਹ ਕਾਫੀ ਵੱਡੀ ਹੋਈ ਆ। ਅਪ੍ਰੈਲ ਦੇ ਮਹੀਨੇ ਵਿੱਚ ਜਦੋਂ ਬਾਹਰੋਂ ਵਰਕਰ ਲਿਆਂਦੇ ਗਏ ਜੀ, ਜਿਨ੍ਹਾਂ ਨੂੰ ਉੱਥੇ ਕੰਮ ਕਰਨ ਲਈ ਸੱਦਿਆ ਜਾਂਦਾ, ਬਾਹਰਲਿਆਂ ਸੂਬਿਆਂ ਤੋਂ ਵੀ ਆਉਂਦੇ ਨੇ, ਬਾਹਰਲਿਆਂ ਸ਼ਹਿਰਾਂ ਤੋਂ ਵੀ ਆਉਂਦੇ ਨੇ, ਔਰ ਉਦੋਂ ਬਾਅਦ ਜਿਹੜੀ ਉੱਥੇ ਨੰਬਰ ਨੇ ਉਹ ਵਧਣੇ ਸ਼ੁਰੂ ਹੋ ਗਏ। ਹੁਣ ਵਰਕਰਸ ਦਾ ਇਹ ਦੋਸ਼ ਹੈ ਜੀ, ਉਹਨਾਂ ਦਾ ਕੰਪਨੀ ਦੇ ਉੱਤੇ ਲਾਇਆ ਜਾਂਦਾ ਕਿ ਕੰਪਨੀ ਵੱਲੋਂ ਜਿਹੜੇ ਉਹਨਾਂ ਨੂੰ ਵਾਸ਼ਰੂਮ ਵਗੈਰਾ ਨੇ ਉਹ ਇੰਨੇ ਸਾਫ ਸੁਥਰੇ ਨਹੀਂ ਹੁੰਦੇ, ਨਾਨ ਹਾਈਜੈਨਿਕ ਨੇ, ਔਰ ਉਹਨਾਂ ਕੋਲ ਸੈਨੀਟਾਈਜ਼ਰ ਵੀ ਨਹੀਂ ਉਹਨਾਂ ਕੋਲ ਹੁੰਦੇ ਹੱਥ ਸਾਫ ਕਰਨ ਲਈ। ਔਰ ਬਹੁਤ ਸਾਰਾ ਜਿਹੜਾ ਇਕੁਇਪਮੈਂਟ ਵੀ ਹੈਗਾ, ਜਦੋਂ ਉਹ ਕੰਮਾਂ ਕਾਰਾਂ ਲਈ ਜਾਂਦੇ ਨੇ, ਉਹਦਾ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਸੈਨੀਟਾਈਜ਼ਡ ਹੋਇਆ ਜਾਂ ਨਹੀਂ ਹੋਇਆ। ਔਰ ਉਹ ਕਹਿੰਦੇ ਵੀ ਜਿੱਥੇ ਉਹ ਰਹਿੰਦੇ ਵੀ ਨੇ, ਕਈਆਂ ਬੰਦਿਆਂ ਦੇ ਨਾਲ ਉਹਨਾਂ ਨੂੰ ਸਾਂਝੇ ਕਰਨੇ ਪੈਂਦੇ ਨੇ ਕਮਰੇ, ਇੱਥੋਂ ਤੱਕ ਕਿ ਵਾਸ਼ਰੂਮ ਵੀ ਜਿਹੜੇ ਨੇ ਉਹ ਕਹਿੰਦੇ ਸਾਫ਼ ਨਹੀਂ ਹੈ, ਔਰ ਉਹ ਵੀ ਉੱਥੇ ਉਹਨਾਂ ਨੂੰ ਕਈਆਂ ਬੰਦਿਆਂ ਦੇ ਨਾਲ ਸਾਂਝੇ ਕਰਨੇ ਪੈਂਦੇ ਨੇ। ਸੋ ਇਸ ਕਰਕੇ ਉਹ ਡਰੇ ਹੋਏ ਆ।
ਉਹ ਕਹਿੰਦੇ ਸਾਨੂੰ ਰੋਜ਼ ਇਹ ਖਤਰਾ ਹੁੰਦਾ ਵੀ ਅਸੀਂ ਕਿਤੇ ਬਿਮਾਰ ਹੋ ਕੇ ਹੀ ਨਾ ਅੱਜ ਮੁੜੀਏ ਕੰਮ ਤੋਂ। ਪਰ ਜਿਹੜੀ ਕੰਪਨੀ ਆ CNRL ਉਹ ਕਹਿੰਦੇ ਆ ਜੀ ਵੀ ਨਹੀਂ, ਸਾਡੇ ਜਿਹੜੇ ਸਟੈਂਡਰਡ ਹੈਗਾ ਉਹ ਮਤਲਬ ਜੋ ਕੁਝ ਸਾਨੂੰ ਕਿਹਾ ਗਿਆ ਅਲਬਰਟਾ ਹੈਲਥ ਸਰਵਿਸਿਜ਼ ਵੱਲੋਂ ਉਹਨਾਂ ਤੋਂ ਵੀ ਬਿਹਤਰ ਆ। ਅਸੀਂ ਸੈਨੀਟਾਈਜ਼ਰ ਵੀ ਪ੍ਰੋਵਾਈਡ ਕਰਦੇ ਹਾਂ ਜਾਂ ਹੋਰ ਜਿਹੜੀਆਂ ਡਿਸਟੈਂਸ ਹੈਗਾ ਰੱਖਣ ਵਾਲੀ ਗੱਲ ਉਹ ਵੀ ਰੱਖਦੇ ਹਾਂ। ਪਰ ਵਰਕਰਜ਼ ਇਸ ਗੱਲ ਦੇ ਬਿਲਕੁਲ ਉਹਨਾਂ ਦਾ ਹੈ ਜੀ ਦੂਸਰੇ ਪਾਸੇ ਦੋਸ਼ ਪਈ ਉੱਥੇ ਕੋਈ ਡਿਸਟੈਂਸਿੰਗ ਜਿਹੜਾ ਸੋਸ਼ਲ ਡਿਸਟੈਂਸ ਆ ਉਹ ਨਹੀਂ ਰੱਖਿਆ ਜਾਂਦਾ 2 ਮੀਟਰ ਵਾਲਾ, ਔਰ ਸੈਨੀਟਾਈਜ਼ਰ ਨਾ ਹੋਣ ਕਰਕੇ ਹੱਥ ਸੈਨੀਟਾਈਜ਼ ਨਹੀਂ ਕੀਤੇ ਜਾਂਦੇ। ਡਾਕਟਰ ਡੀਨਾ ਹਿੰਸ਼ਾ ਨੇ ਕੰਪਨੀ ਨੂੰ ਫਿਰ ਰਿਮਾਈਂਡ ਕਰਾਇਆ ਕਿ ਉਹਨਾਂ ਨੂੰ ਇਹ ਜਿਹੜੇ ਪ੍ਰੋਟੋਕਾਲ ਆ ਉਹਨਾਂ ਨੂੰ ਫਾਲੋ ਕਰਨਾ ਚਾਹੀਦਾ ਆ, ਔਰ ਜਿਹੜੇ ਨੰਬਰ ਆ ਇਹ ਬਿਲਕੁਲ ਵਧਣ ਨਹੀਂ ਦੇਣੇ ਚਾਹੀਦੇ, ਕਿਉਂਕਿ ਜਦੋਂ ਦੀ ਇਹ 3rd ਵੇਵ ਸ਼ੁਰੂ ਹੋਈ ਆ ਅਲਬਰਟਾ ਦੇ ਵਿੱਚ ਨੰਬਰ ਜ਼ਿਆਦਾ ਹੋਏ ਨੇ। ਹਾਲਾਂਕਿ ਵੈਕਸੀਨ ਰੋਲ ਆਊਟ ਕੀਤੀ ਜਾ ਰਹੀ ਆ ਵੀ ਜਿੰਨੀ ਛੇਤੀ ਵੈਕਸੀਨ ਲੋਕਾਂ ਨੂੰ ਮਿਲ ਸਕੇ ਚੰਗੀ ਗੱਲ ਆ। ਪਰ ਵਰਕਰ ਜਿਹੜੇ ਆ ਜੀ ਉਹ ਹਜੇ ਵੀ ਆਪਣੇ ਆਪ ਨੂੰ ਇਸ ਤਰ੍ਹਾਂ ਕਹਿੰਦੇ ਵੀ ਅਸੀਂ ਸਹਿਮੇ ਆ। ਜਿਹੜੀਆਂ ਈਵਨ ਬੱਸਾਂ ਦੇ ਵਿੱਚ ਉਹਨਾਂ ਨੂੰ ਲੈ ਕੇ ਜਾਂਦੇ ਆ ਜੀ ਟਰਾਂਸਪੋਰਟ ਕਰਨ ਲਈ, ਉਹ ਕਹਿੰਦੇ ਉਹ ਵੀ ਕਰਾਊਡਡ ਹੁੰਦੀਆਂ ਆ, ਨੇੜੇ ਬੈਠੇ ਹੁੰਦੇ ਆ, ਔਰ ਹਮੇਸ਼ਾ ਹੀ ਸਾਡੇ ਦਿਲ ਦੇ ਵਿੱਚ ਡਰ ਤੇ ਸਹਿਮ ਆ ਕਿ ਅਸੀਂ ਕਿਤੇ ਬਿਮਾਰ ਹੋ ਕੇ ਨਾ ਆਈਏ। ਇੱਕ ਦੂਸਰੀ ਖਬਰ ਇਹ ਆ ਜੀ ਵੀ ਸਾਡੇ ਸੂਬੇ ਦੇ ਵਿੱਚ ਅੱਗੇ ਵੀ ਇੱਕ ਦਿਨ ਇੱਕ ਸ਼ਿਕਾਇਤ ਆਈ ਸੀ ਕਿ ਇੱਕ ਵਿਅਕਤੀ ਨੇ ਆਪਣੇ ਜਿਹੜਾ ਫਾਰਮ ਦੇ ਵਿੱਚ ਰਹਿੰਦਾ ਸੀ ਉਹਨੇ ਉੱਥੇ ਨਾਜ਼ੀ ਫਲੈਗ ਲਾਇਆ ਹੋਇਆ ਸੀ, ਪਰ ਉਹ ਤੇ ਜਦੋਂ ਉਹਨੂੰ ਕਿਹਾ ਗਿਆ ਉਹਨੇ ਉਤਾਰ ਦਿੱਤਾ। ਪਰ ਹੁਣ ਇੱਕ ਔਰਤ ਜਿਹੜੀ ਗੱਡੀ ਚਲਾਉਂਦੀ ਜਾ ਰਹੀ ਸੀ ਔਰ ਜਦ ਉਹਨੇ ਦੇਖਿਆ ਰਾਹ ਦੇ ਵਿੱਚ ਤੇ ਉਹ ਇੱਕ ਫਾਰਮ ਤੇ ਜਿੱਥੇ ਪਹਿਲਾਂ ਇੱਕ ਕਨਫੈਡਰੇਟ ਫਲੈਗ ਲੱਗਾ ਹੁੰਦਾ ਸੀ, ਪਰ ਪਿਛਲੇ ਥੋੜ੍ਹੇ ਦਿਨਾਂ ਤੋਂ ਉੱਥੇ ਜਿਹੜਾ ਓਨਰ ਆ ਉਹਨੇ ਨਾਜ਼ੀ ਫਲੈਗ ਜਿਹੜਾ ਜੀ ਉਹ ਵੀ ਲਾ ਦਿੱਤਾ। ਤੇ ਉਹ ਬੀਬੀ ਕਹਿੰਦੀ ਵੀ ਮੈਂ ਤਾਂ ਗੱਡੀ ਲਈ ਜਾਂਦੀ, ਮਤਲਬ ਮੇਰੀ ਇੱਕ ਕਿਸਮ ਦੀ ਟੱਕਰ ਹੋ ਜਾਣੀ ਸੀਗੀ ਵੀ ਇੰਨੀ ਦੇਖ ਕੇ ਮੈਂ ਘਬਰਾ ਗਈ ਵੀ ਆਹ ਗੱਲ ਇਸ ਜ਼ਮਾਨੇ ਦੇ ਵਿੱਚ ਇਸ ਤਰ੍ਹਾਂ ਹੋ ਰਹੀ ਆ। ਤੇ ਉਹਨੂੰ ਤਾਂ ਕੁਛ ਨਹੀਂ ਜੀ ਕਿਹਾ, ਔਰ ਇੱਥੋਂ ਤੱਕ ਕਿ ਉਹਨੇ ਆਪਣਾ ਨਾਂ ਜਿਹੜਾ ਆ ਉਹ ਨਹੀਂ ਦੱਸਿਆ। ਉਹਨੂੰ ਮਤਲਬ ਇਸ ਗੱਲ ਲਈ ਖਤਰਾ ਹੈ ਵੀ ਕਿਤੇ ਉਹਦੇ ਤੇ ਅਟੈਕ ਨਾ ਕੀਤਾ ਜਾਏ। ਸੋ ਇਸ ਕਰਕੇ ਉਹਦਾ ਅਖਬਾਰਾਂ ਦੇ ਵਿੱਚ ਜਾਂ ਕਿਸੇ ਪਾਸੇ ਨਾਂ ਨਹੀਂ ਦੱਸਿਆ ਗਿਆ, ਪਰ ਉਹਨੇ RCMP ਨੂੰ ਸ਼ਿਕਾਇਤ ਕੀਤੀ ਕਿ ਇਸ ਤਰ੍ਹਾਂ ਦੀ ਗੱਲਬਾਤ ਇੱਥੇ ਹੈ, ਝੰਡਾ ਲੱਗਾ ਹੋਇਆ। ਤੇ RCMP ਨੇ ਆਪਣਾ ਕੰਮ ਖਰ ਕਰਦਿਆਂ ਉੱਥੇ ਜਾ ਕੇ ਜੀ ਉਸ ਵਿਅਕਤੀ ਨੂੰ ਇਹ ਗੱਲ ਆਖੀ ਵੀ ਤੂੰ ਜਿਹੜੇ ਝੰਡੇ ਲਾਏ ਆ ਤੂੰ ਇਹ ਲਾ ਦੇ। ਤੇ ਤੁਸੀਂ ਹੈਰਾਨ ਹੋਵੋਗੇ ਜੀ ਉਸ ਵਿਅਕਤੀ ਨੇ ਉਹ ਝੰਡੇ ਲਾਉਣ ਤੋਂ ਨਾ ਕਰ ਦਿੱਤੀ ਆ। ਹੁਣ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਕੀ ਗੱਲਬਾਤ ਹੁੰਦੀ ਆ, ਪਰ ਜਿਹੜਾ ਤੁਹਾਨੂੰ ਯਾਦ ਹੈ ਸਾਰਿਆਂ ਨੂੰ ਕਿ ਜਿਹੜਾ ਇਹ ਨਾਜ਼ੀ ਫਲੈਗ ਹੈਗਾ ਇਹ ਇੱਕ ਕਿਸਮ ਦੇ ਨਸਲਵਾਦੀ ਲੋਕ ਹੁੰਦੇ ਨੇ ਜਿਹੜੇ ਦੂਸਰਿਆਂ ਲੋਕਾਂ ਨੂੰ ਘਟੀਆ ਸਮਝਦੇ ਨੇ। ਔਰ ਹੁਣ ਟੋਰਾਂਟੋ ਦੇ ਵਿੱਚ ਜਿਹੜਾ ਜੂਇਸ਼ ਇੱਕ ਸੈਂਟਰ ਹੈਗਾ ਜੀ, ਉਹਨਾਂ ਨੇ ਵੀ ਇਸ ਗੱਲ ਦਾ ਨੋਟਿਸ ਲਿਆ ਤੇ ਉਹ ਇਹਦੇ ਤੇ ਹੁਣ ਵਰਕ ਕਰਨਾ ਉਹਨਾਂ ਨੇ ਆਰੰਭਿਆ ਤਾਂ ਕਿ ਉਹ ਫਲੈਗ ਉੱਥੋਂ ਲਹਾਏ ਜਾ ਸਕਣ। ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ, ਐਡਮਿੰਟਨ। ਸੋ ਖਬਰਾਂ ਤੇ ਜਾਣਕਾਰੀਆਂ ਦਾ ਸਿਲਸਿਲਾ ਫਿਲਹਾਲ ਇੱਥੇ ਹੀ ਮੁੱਕਦਾ ਹੈ। ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਾਰੇ ਜਣੇ ਆਪਣਾ ਖਿਆਲ ਰੱਖੋ, ਸੇਫ ਆਪਣੇ ਆਪ ਨੂੰ ਜ਼ਰੂਰ ਰੱਖੋ। ਇਜਾਜ਼ਤ ਦਿਓ, ਧੰਨਵਾਦ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।